ਗੁਰਮੁਖ ਸਿੰਘ ਨੇ ਇਉਂ ਲਿਖਿਆ ਹੈ। ਬਾਬਾ ਜੀ, ਇਹ ਰਾਹ ਤਾਂ ਪੋਜੀਟਿਵਿਟੀ ਨਾਲ ਭਰਿਆ ਹੋਣਾ ਚਾਹੀਦਾ ਹੈ। ਘਬਰਾਹਟ ਦੀ ਤਾਂ ਕੋਈ ਜਗ੍ਹਾ ਹੀ ਨਹੀਂ ਹੋਣੀ ਚਾਹੀਦੀ। ਵਿਚਾਲੇ ਦੋ ਪੰਕਤੀਆਂ ਲਿਖ ਕੇ ਥੱਲੇ ਲਿਖਿਆ ਹੋਇਆ ਹੈ, ਮਿਹਰ ਕਰਿਓ ਇੱਕ ਨਰਸਰੀ ਦੀ ਸਟੂਡੈਂਟ ਦੀ ਤਰ੍ਹਾਂ। ਬੱਚੀ ਉੱਪਰ ਨਾਂ ਤਾਂ ਬੱਚੇ ਦਾ ਲਿਖਿਆ ਹੋਇਆ ਹੈ, ਪਰ ਮੈਂ ਨਾਂ ਪੜ੍ਹ ਲੈਂਦਾ ਹਾਂ ਤਾਂ ਕਿ ਤੁਹਾਨੂੰ ਖਿਆਲ ਰਵੇ ਵੀ ਇਹ ਜਵਾਬ ਕਿਹਨੂੰ ਦਿੱਤਾ ਗਿਆ ਹੈ। ਤੇ ਨਾਂ ਤੇ ਕਿਸੇ ਦਾ ਵੀ ਨਹੀਂ ਹੈ, ਕੋਈ ਵੀ ਲਿਖ ਸਕਦੇ ਹੋ ਤੁਸੀਂ। ਵਾਸਤਵਿਕ ਦੇ ਵਿੱਚ ਨਾਂ ਤੇ ਤੁਹਾਡਾ ਨਹੀਂ ਹੈ ਨਾ, ਬਦਲਿਆ ਵੀ ਜਾ ਸਕਦਾ। ਤੇ ਨਾਂ ਇੱਕ ਸਿਰਫ ਸਹਾਰਾ ਹੈ, ਇੰਗਿਤ ਹੈ, ਇਸ਼ਾਰਾ ਹੈ। ਸਮਝੋ, ਇਹਨੇ ਲਿਖਿਆ ਹੈ ਨਰਸਰੀ ਦੀ ਸਟੂਡੈਂਟ ਦੀ ਤਰ੍ਹਾਂ। ਉੱਪਰ ਜਿਹੜਾ ਸਵਾਲ ਲਿਖਿਆ ਹੈ ਨਾ, ਉਹ ਸਮਝ ਤੋਂ ਆਇਆ ਹੈ, ਜਾਣਕਾਰੀ ਤੋਂ ਆਇਆ ਹੈ। ਜ਼ਿਆਦਾਤਰ ਧਾਰਮਿਕ ਲੋਕ ਅਜੋਕੇ ਸਮੇਂ 'ਚ ਜਾਣਕਾਰੀ ਜ਼ਿਆਦਾ ਰੱਖਦੇ ਹਨ, ਕਿਉਂਕਿ ਬਹੁਤ ਰਿਕਾਰਡਿੰਗਾਂ ਸੁਣਨ ਨੂੰ ਮਿਲ ਜਾਂਦੀਆਂ ਹਨ, ਪੜ੍ਹਨ ਨੂੰ ਮਿਲ ਜਾਂਦਾ ਹੈ, ਤੋ ਜਾਣਕਾਰੀ ਦਿਮਾਗ ਦੇ ਵਿੱਚ ਹਾਸਲ ਹੋ ਜਾਂਦੀ ਹੈ। ਤੋ ਉਹ ਜਾਣਕਾਰੀ ਨੂੰ ਹੀ ਆਦਮੀ ਸਮਝ ਲੈਂਦਾ ਹੈ। ਅਤੇ ਇਹਨਾਂ ਨੂੰ ਵੀ ਲੱਗਾ ਹੋਏਗਾ ਵੀ ਇਹ ਥੋੜ੍ਹੀ ਜਿਹੀ ਜ਼ਿਆਦਾ ਸਮਝਦਾਰੀ ਹੋਊਗੀ, ਵੀ ਥੱਲੇ ਲਿਖ ਦਿਓ ਵੀ ਨਰਸਰੀ ਦੀ ਸਟੂਡੈਂਟ ਦੀ ਤਰ੍ਹਾਂ। ਅਗਰ ਤੁਸੀਂ ਨਰਸਰੀ ਦੀ ਸਟੂਡੈਂਟ ਦੀ ਤਰ੍ਹਾਂ ਕੱਲ੍ਹ ਸੁਣਿਆ ਹੁੰਦਾ ਨਾ ਸਿੱਧਾ ਤੇ ਗੱਲ ਤੁਹਾਨੂੰ ਸਮਝ ਵਿੱਚ ਆਈ ਹੁੰਦੀ। ਪਰ ਤੁਸੀਂ ਆ ਜਿਨ੍ਹਾਂ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਹਨ ਨਾ, ਮੈਨੂੰ ਉਮੀਦ ਆ ਇਹਨਾਂ ਨੂੰ ਵੀ ਸੁਣਦੇ ਹੋ। ਅਤੇ ਬਹੁਤੇ ਇਸ ਢੰਗ ਦੇ ਨਾਲ ਸੁਣਨ ਵਾਲੇ ਹੀ ਨਾ ਉਲਝੇ ਹੋਏ ਹਨ, ਸੁਣ ਕੇ ਯਾਦ ਕੀਤੀਆਂ ਹੋਈਆਂ ਹਨ ਪੰਕਤੀਆਂ ਕੰਠ ਕਰ ਲੈਂਦੇ ਹਨ, ਪਰ ਜੀਵਨ 'ਚ ਜਿੰਨਾ ਚਿਰ ਅਮਲ ਨਾ ਹੋਵੇ ਉਨਾ ਚਿਰ ਪਤਾ ਨਹੀਂ ਲੱਗਦਾ ਹੈ। ਖਿਆਲ ਵਿੱਚ ਰੱਖੋ ਥੋੜ੍ਹੀ ਜਿਹੀ ਗੱਲ। ਤੁਸੀਂ ਕਿਹਾ ਹੈ ਨਾ ਨਰਸਰੀ ਦੀ ਸਟੂਡੈਂਟ ਦੀ ਤਰ੍ਹਾਂ। ਹਾਂ, ਅਗਰ ਹੋ ਐਸਾ ਤਾਂ ਧਿਆਨਪੂਰਵਕ ਸੁਣੋ ਸਿੱਧਾ। ਬੱਚੇ ਸਿੱਧਾ ਸੁਣਦੇ ਹਨ, ਤੁਸੀਂ ਵਿਚਾਰ ਕਰਦੇ ਹੋ, ਸੋਚਦੇ ਹੋ ਕੀ ਠੀਕ ਹੈ ਕੀ ਗਲਤ ਹੈ, ਪੁਣ-ਛਾਣ ਕਰਦੇ ਹੋ। ਆਪਣੀ ਹੀ ਬੁੱਧੀ ਦਾ ਸੁਣ ਰਹੇ ਹੋ ਤੁਸੀਂ, ਆਪਣੀ ਹੀ ਬੁੱਧੀ ਨੂੰ ਸਮਝ ਰਹੇ ਹੋ ਨਾ। ਇਸ ਕਰਕੇ ਤੁਹਾਨੂੰ ਉਹਦੀ ਰਿਕਾਰਡਿੰਗ ਦੇ ਵਿੱਚ ਗੁਰਮੁਖ ਪਿਆਰੇ ਦੀ ਭੈ ਲੱਗਾ, ਡਰ ਲੱਗਾ, ਅਤੇ ਤੁਸੀਂ ਇਹ ਪੰਕਤੀਆਂ ਵੀ ਲਿਖ ਦਿੱਤੀਆਂ ਹਨ। ਜਹਾਂ ਭੈ समाप्त हो जाता है वहाँ जीवन शुरू होता है।
ਇਹ ਜਿਨ੍ਹਾਂ ਨੇ ਲਿਖੀਆਂ ਹਨ ਨਾ ਜਾਂ ਕਿਹਾ ਹੈ, ਉਹਨਾਂ ਨੇ ਠੀਕ ਹੀ ਕਿਹਾ ਹੋਵੇਗਾ। ਤੇ ਠੀਕ ਹੀ ਕਿਹਾ ਹੈ ਵੀ ਜਿੱਥੇ ਭੈ ਸਮਾਪਤ ਹੋ ਜਾਂਦਾ ਹੈ ਨਾ, ਉੱਥੇ ਹੀ ਜੀਵਨ ਹੁੰਦਾ ਹੈ। ਮੈਂ ਕਹਿੰਦਾ ਹਾਂ, ਪਰ ਤੁਹਾਡਾ ਭੈ ਸਮਾਪਤ ਹੋ ਗਿਆ ਹੈ। ਤੁਸੀਂ ਆਪ ਸਮਝੋ, ਅਗਰ ਭੈ ਸਮਾਪਤ ਹੋ ਗਿਆ ਹੁੰਦਾ ਨਾ, ਤੇ ਤੁਸੀਂ ਇਸ ਸੰਸਾਰ ਦੇ ਵਿੱਚ ਉਲਝੇ ਨਹੀਂ ਸੀ ਹੋਣਾ। ਤੁਸੀਂ ਉਲਝੇ ਹੀ ਭੈ ਕਾਰਨ ਹੋ। ਤੁਹਾਨੂੰ ਮਰਨ ਦਾ ਭੈ ਹੈ, ਡਰ ਹੈ। ਮਰਨ ਦਾ ਭੈ ਕਰਕੇ ਹੀ ਤੁਹਾਡਾ ਮਨ ਚੱਲ ਰਿਹਾ ਹੈ। ਤੁਸੀਂ ਸੁਰੱਖਿਅਤ ਹੋਣ ਦੀ ਆਕਾਂਸ਼ਾ ਲੈ ਕੇ ਹੀ ਚੱਲ ਰਹੇ ਹੋ ਨਾ, ਵੀ ਮਰ ਨਾ ਜਾਈਏ। ਕੱਲ੍ਹ ਬਾਰੇ ਸੋਚ ਰਹੇ ਹੋ, ਕਿਉਂ ਮਰ ਨਾ ਜਾਈਏ। ਤੁਸੀਂ ਸੁਰੱਖਿਆ ਕਿਉਂ ਕਰ ਰਹੇ ਹੋ ਜੀਵਨ ਦੀ? ਭੈ ਕਰਕੇ, ਡਰ ਕਰਕੇ ਸੋਚ ਰਹੇ ਹੋ, ਡਰ ਕਰਕੇ। ਜਿਨ੍ਹਾਂ ਨੂੰ ਡਰ ਨਹੀਂ ਹੈ ਨਾ, ਭੈ ਨਹੀਂ ਹੈ, ਉਹ ਸੋਚਦੇ ਨਹੀਂ ਹਨ। ਸੋਚਣ ਦੀ ਕੀ ਲੋੜ ਹੈ ਜਦੋਂ ਮਰਨਾ ਹੀ ਨਹੀਂ। ਜਿਵੇਂ ਕਬੀਰ ਜੀ ਨੇ ਕਿਹਾ ਹੈ, ਜਨਮ ਮਰਨ ਕੀ ਸ਼ੰਕਾ ਨਾਠੀ, ਭਰਮ ਗਿਆ ਗੋਬਿੰਦ ਲਿਵ ਲਾਗੀ। ਹੁਣ ਜਨਮ ਮਰਨ ਦਾ ਭਰਮ ਕੀ ਸੀ? ਡਰ। ਡਰ ਹੀ ਸੀ ਨਾ ਵੀ ਮੈਂ ਮਰੂੰਗਾ ਫਿਰ ਜੰਮੂੰਗਾ। ਉਹ ਡਰ ਖਤਮ ਹੋ ਗਿਆ। ਤੇ ਜਦੋਂ ਡਰ ਖਤਮ ਹੋ ਗਿਆ ਤੇ ਗੋਬਿੰਦ ਲਿਵ ਲੱਗ ਗਈ। ਕਿਉਂਕਿ ਜਦੋਂ ਡਰ ਖਤਮ ਹੋ ਜਾਂਦਾ ਹੈ, ਉਦੋਂ ਹੀ ਨਿਰਵਿਚਾਰ ਹੋ ਜਾਂਦਾ ਹੈ ਆਦਮੀ। ਸੋਚਦਾ ਹੀ ਡਰ ਕਰਕੇ ਹੈ ਆਦਮੀ। ਖਿਆਲ ਵਿੱਚ ਰੱਖੋ, ਇਹ ਜੋ ਕਿਹਾ ਹੈ ਨਾ, ਇਹ ਐਵੇਂ ਨਹੀਂ ਕਿਹਾ ਹੈ। ਨਿਰਭਉ ਸੇਵੇ ਸੋ ਨਿਰਭਉ ਹੋਵੇ, ਇੱਦਾਂ ਦੀਆਂ ਪੰਕਤੀਆਂ ਵੀ ਹੈ। ਤੇ ਤੁਸੀਂ ਡਰੇ ਹੋਏ ਹੋ ਮੌਤ ਤੋਂ। ਇਸ ਕਾਰਨ ਤੇ ਤੁਸੀਂ ਸੋਚ ਰਹੇ ਹੋ ਜੀਵਨ ਵਾਸਤੇ। ਜੀਵਨ ਵਾਸਤੇ ਕਿਉਂ ਸੋਚ ਰਹੇ ਹੋ? ਅਗਰ ਡਰ ਨਾ ਹੁੰਦਾ ਤਾਂ ਇੱਥੇ ਸੰਸਾਰ 'ਚ ਫਸੇ ਹੁੰਦੇ। ਤੁਸੀਂ ਨਿਕਲ ਨਾ ਜਾਂਦੇ। ਤੁਸੀਂ ਸੁਤੰਤਰ ਹੋ। ਦੇਖੋ ਆਪਣੇ ਵੱਲ ਨੂੰ, ਥੋੜ੍ਹਾ ਜਿਹਾ ਖਿਆਲ ਕਰੋ। ਤੁਸੀਂ ਸੁਤੰਤਰ ਹੋ। ਤੁਸੀਂ ਵੈਸਾ ਹੀ ਸਭ ਕੁਛ ਕਰ ਰਹੇ ਹੋ ਜੈਸਾ ਚਾਰ ਚੁਫੇਰੇ ਲੋਕ ਚਾਹੁੰਦੇ ਹਨ, ਪਰਿਵਾਰ ਦੇ ਮੈਂਬਰ ਚਾਹੁੰਦੇ ਹਨ, ਵੈਸਾ ਤੁਸੀਂ ਕਰ ਰਹੇ ਹੋ। ਸਮਾਜ ਚਾਹੁੰਦਾ ਹੈ, ਸਮਾਜ ਤੋਂ ਵੀ ਡਰੇ ਹੋਏ ਹੋ। ਜੋ ਸਮਾਜ ਨਹੀਂ ਚਾਹੁੰਦਾ ਹੈ ਉਹ ਕਰ ਸਕਦੇ ਹੋ ਤੁਸੀਂ। ਤੁਸੀਂ ਤੇ ਭੈ ਭੀਤ ਹੋ, ਸਮਾਜ ਤੋਂ ਡਰੇ ਹੋਏ ਹੋ। ਤੇ ਭੈ ਭੀਤ ਹੋ, ਇਸ ਕਾਰਨ ਹੀ ਸੰਸਾਰ ਦੇ ਵਿੱਚ ਫਸੇ ਹੋਏ ਹੋ। ਖਿਆਲ ਵਿੱਚ ਰੱਖੋ। ਦਰਅਸਲ ਉਹਨਾਂ ਚਿਰ ਅਨੁਭਵ ਨਹੀਂ ਹੁੰਦਾ ਹੈ ਜਿੰਨਾ ਚਿਰ ਮਹਿਸੂਸ ਨਾ ਹੋਵੇ। ਮੈਂ ਅਕਸਰ ਕਹਿੰਦਾ ਹੁੰਦਾ ਹਾਂ, ਬਹੁਤੇ ਲੋਕ ਮੋਹ ਮਮਤਾ ਦੇ ਵਿੱਚ ਫਸੇ ਹੋਏ ਹਨ। ਪਰ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਹੈ, ਕਿਉਂਕਿ ਉਹ ਵਿੱਚੇ ਹੀ ਰਹਿ ਰਹੇ ਹਨ। ਥੋੜ੍ਹਾ ਜਿਹਾ ਦੂਰ ਜਾ ਕੇ ਰਹਿਣ ਕੁਛ ਦਿਨ, ਕੁਛ ਚਿਰ, ਬਿਲਕੁਲ ਉਹਨਾਂ ਨਾਲੋਂ ਕੰਟੈਕਟ ਤੋੜ ਕੇ ਫਿਰ ਖਿਆਲ ਕਰਨ, ਸਾਨੂੰ ਉਹ ਚੇਤੇ ਆਉਂਦੇ ਹਨ। ਜ਼ਿਆਦਾ ਸਮਾਂ ਰਹਿ ਕੇ ਦੇਖ, ਤਾਂ ਹੀ ਪਤਾ ਲੱਗੇਗਾ ਨਾ ਮੋਹ ਹੈ ਕਿ ਨਹੀਂ ਹੈ।
घर बैठिਆਂ ਨੂੰ ਕਿਵੇਂ ਪਤਾ ਲੱਗੂ ਤੁਹਾਨੂੰ? ਆਦਤਾਂ ਦਾ ਵੀ ਤੁਹਾਨੂੰ ਬਾਹਰ ਜਾ ਕੇ ਪਤਾ ਲੱਗਦਾ ਹੈ ਵੀ ਮੇਰੀਆਂ ਕਿਹੜੀਆਂ ਕਿਹੜੀਆਂ ਵਿਗੜੀਆਂ ਹੋਈਆਂ ਸਤਿਪੁਰਸ਼ਾਂ ਕੋਲ। ਉਹ ਦੱਸਦੇ ਹਨ। ਆਦਤਾਂ ਦਾ ਵੀ ਨਹੀਂ ਪਤਾ ਲੱਗਦਾ ਤੁਹਾਨੂੰ, ਆਪਣੇ ਆਪ ਦਾ ਤਾਂ ਪਤਾ ਹੀ ਨਹੀਂ ਹੈ। ਤੁਸੀਂ ਸੋਚਦੇ ਹੋ ਦੂਸਰਿਆਂ ਬਾਰੇ, ਦੂਸਰਿਆਂ 'ਚ ਕਮੀਆਂ ਕੱਢਦੇ ਹੋ। ਇਹੋ ਹੀ ਆਦਤ ਹੈ ਨਾ, ਧਾਰਮਿਕ ਆਦਮੀ ਦੀ ਜ਼ਿਆਦਾ ਆਦਤ ਹੈ ਦੂਸਰਿਆਂ 'ਚ ਕਮੀਆਂ ਕੱਢਣ ਦੀ। ਆਪਣੇ ਆਪ ਥੋੜ੍ਹੀ ਦੇਖਦਾ ਹੈ। ਅਗਰ ਤੁਸੀਂ ਵਾਸਤਵਿਕ ਦੇ ਵਿੱਚ ਅਨੁਭਵ ਕਰਨਾ ਹੈ ਨਾ ਭੈ ਨੂੰ, ਤੇ ਦੂਰ ਕਿਤੇ ਜਾਓ, ਇਹੋ ਜਿਹੀ ਜਗ੍ਹਾ 'ਤੇ ਜਿੱਥੇ ਕੋਈ ਨਾ ਹੋਵੇ, ਘਣੇ ਜੰਗਲ 'ਚ ਜਿੱਥੇ ਜਾਨਵਰ ਹੀ ਜਾਨਵਰ, ਤੁਹਾਨੂੰ ਆਪਣੇ ਆਪ ਹੀ ਅਨੁਭਵ ਹੋਵੇਗਾ ਵੀ ਭੈ ਕੀ ਚੀਜ਼ ਹੈ। ਘਰ ਬੈਠਿਆਂ ਨੂੰ ਪਤਾ ਥੋੜ੍ਹੀ ਲੱਗਦਾ ਭੈ ਦਾ। ਫਿਰ ਭੈ ਮਾੜਾ ਨਹੀਂ ਹੈ, ਖਿਆਲ ਵਿੱਚ ਰੱਖੋ। ਡਰ ਬੁਰਾ ਨਹੀਂ ਹੈ। ਡਰ ਸੰਸਾਰ ਦੇ ਵਿੱਚੋਂ ਕੱਢਦਾ ਹੈ। ਭੈ ਬਿਨ ਭਾਵ ਨਾ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਕਿਹਾ ਹੈ, ਜਿੱਥੇ ਡਰ ਹੋਵੇਗਾ ਨਾ, ਜਿਵੇਂ ਤੁਸੀਂ ਚਲੇ ਜਾਓ ਇਹੋ ਜਿਹੀ ਜਗ੍ਹਾ 'ਤੇ ਖੋ ਜਾਓ ਜਿੱਥੇ ਕੋਈ ਨਹੀਂ ਹੈ, ਬੀਆਬਾਨ ਜੰਗਲ ਹੈ, ਹਨੇਰਾ ਹੈ, ਜਾਨਵਰ, ਕੋਈ ਸੁਰੱਖਿਆ ਨਹੀਂ ਹੈ, ਅਤੇ ਤੁਹਾਨੂੰ ਆਪਣੇ ਆਪ ਹੀ ਰੱਬ ਯਾਦ ਆਊਗਾ। ਕਰਨ ਦੀ ਲੋੜ ਨਹੀਂ ਪਵੇਗੀ, ਯਾਦ ਆਵੇਗਾ। ਤੁਸੀਂ ਕਰਕੇ ਦੇਖ ਲਿਓ। ਭੈ ਕਰਕੇ, ਡਰ ਕਰਕੇ। ਅਤੇ ਜਿਹੜਾ ਭੈ ਹੈ ਨਾ, ਇਹ ਬੁਰਾ ਨਹੀਂ ਹੈ। ਇਹੋ ਤੇ ਕਹਿੰਦੇ ਹਨ ਪਰਮ ਪੁਰਖ ਵੀ ਭੈ ਕਾਰਨ ਤੁਸੀਂ ਜਾਗਦੇ ਹੋ। ਡਰ ਕਰਕੇ ਤੁਸੀਂ ਜਾਗਦੇ ਹੋ। ਜਦੋਂ ਇੱਕਦਮ ਕੋਈ ਖਤਰਾ ਆ ਜਾਵੇ ਮਰਨ ਦਾ, ਤਾਂ ਤੁਸੀਂ ਇੱਕਦਮ ਜਾਗਦੇ ਹੋ, ਥੋੜ੍ਹੀ ਦੇਰ ਵਾਸਤੇ ਨਿਰਵਿਚਾਰ ਹੋ ਜਾਂਦੇ ਹੋ, ਕਿਉਂਕਿ ਮਰਨ ਦਾ ਖਤਰਾ ਆ ਗਿਆ ਹੈ। ਬੁੱਧੀ ਸੋਚਦੀ ਨਹੀਂ ਹੈ, ਤੁਸੀਂ ਜਾਗਦੇ ਹੋ। ਜਿਵੇਂ ਮੈਂ ਕਿਹਾ ਹੈ ਨਾ ਵੀ ਬਹੁਤ ਖਤਰਨਾਕ ਜਗ੍ਹਾ 'ਤੇ ਤੁਸੀਂ ਹੋਵੋ, ਜਿੱਥੇ ਤੁਸੀਂ ਨਹੀਂ ਚਾਹੁੰਦੇ ਹੋ ਜਾਣਾ, ਅਤੇ ਤੁਹਾਨੂੰ ਡਰ ਲੱਗੇਗਾ, ਅਤੇ ਡਰ ਦੇ ਵਿੱਚ ਪਰਮਾਤਮਾ ਚੇਤੇ ਆਵੇਗਾ। ਤੁਸੀਂ ਥੋੜ੍ਹਾ ਜਿਹਾ ਜਾਗੋਗੇ, ਨਿਰਵਿਚਾਰ ਹੋਵੋਗੇ, ਹੋਸ਼ਪੂਰਨ ਹੋਵੋਗੇ। ਇਹ ਤੁਸੀਂ ਇਵੇਂ ਸਮਝ ਲਵੋ ਜਿਵੇਂ ਰਾਤ ਦਾ ਸੁਪਨਾ ਡਰਾਉਣਾ ਹੋਵੇ, ਅਤੇ ਤੁਸੀਂ ਜਾਗ ਜਾਂਦੇ ਹੋ। ਜਾਗਦੇ ਹੋ ਨਾ, ਜ਼ਿਆਦਾ ਹੀ ਡਰਾਉਣਾ ਹੋਵੇ, ਤੁਹਾਨੂੰ ਕੋਈ ਮਾਰ ਰਿਹਾ ਹੋਵੇ, ਵੱਧ ਟੁੱਕ ਰਿਹਾ ਹੋਵੇ, ਅਤੇ ਤੁਸੀਂ ਚੀਕ ਪੁਕਾਰ ਕਰਕੇ ਇੱਕਦਮ ਉੱਠੋਗੇ। ਅਚਾਨਕ ਬੜੀ ਛੇਤੀ ਨੀਂਦ ਖੁੱਲ੍ਹਦੀ, ਜਾਗ ਜਾਂਦਾ ਹੈ ਬੰਦਾ, ਘਬਰਾਉਂਦਾ। ਇਹਦਾ ਭਾਵ ਹੈ ਵੀ ਡਰਾਉਣਾ ਸੁਪਨਾ, ਭਿਆਨਕ ਸੁਪਨਾ ਜਿਹੜਾ ਹੈ ਉਹ ਜਗਾਉਂਦਾ ਹੈ, ਦੁੱਖ ਜਗਾਉਂਦਾ ਹੈ, ਭੈ ਜਗਾਉਂਦਾ ਹੈ। ਅਤੇ ਭੈ ਦੇ ਵਿੱਚ ਸੁਪਨਾ ਟੁੱਟ ਜਾਂਦਾ ਹੈ ਅਤੇ ਆਦਮੀ ਜਾਗ ਜਾਂਦਾ ਹੈ। ਬਸ, ਅਤੇ ਇਹੋ ਹੀ ਮੈਂ ਕਹਿ ਰਿਹਾ ਵੀ ਜਿਹਨੂੰ ਐਸਾ ਸੰਸਾਰ ਲੱਗਣ ਲੱਗ ਪਿਆ ਜੋ ਵਾਸਤਵਿਕ ਦੇ ਵਿੱਚ ਹੈ, ਸੰਸਾਰ ਐਸਾ ਹੀ ਹੈ। ਤੁਸੀਂ ਗਹਿਰੇ ਨਹੀਂ ਨਾ ਜਾਂਦੇ ਹੋ, ਗਹਿਰੇ ਜਾਓ ਅਤੇ ਸੰਸਾਰ ਦੀ ਸਥਿਤੀ ਦਾ ਪਤਾ ਲੱਗੇ। ਤੁਸੀਂ ਤਾਂ ਉੱਪਰ ਲਹਿਰਾਂ ਦੇ ਤੈਰ ਰਹੇ ਹੋ। ਗਹਿਰੇ ਡੁਬਕੀ ਮਾਰੋ ਤਾਂ ਤੁਹਾਨੂੰ ਵਾਸਤਵਿਕਤਾ ਦਾ ਪਤਾ ਲੱਗੂਗਾ ਸੰਸਾਰ ਦੀ, ਵੀ ਐਸਾ ਹੀ ਹੈ। ਇਹ ਦੁੱਖ ਰੂਪ ਹੀ ਹੈ, ਇਹ ਮਿੱਥਿਆ ਹੈ, ਝੂਠ ਹੈ। ਤੁਹਾਨੂੰ ਹੁਣ ਪ੍ਰਤੀਤ ਥੋੜ੍ਹੀ ਹੋ ਰਿਹਾ ਹੁੰਦਾ, ਤਾਂ ਝੂਠੇ 'ਚ ਰਹਿ ਸਕਦੇ ਹੋ ਤੁਸੀਂ। ਝੂਠ ਦਾ ਕੋਈ ਚਿੰਤਨ ਕਰਦਾ ਹੈ? ਤੁਸੀਂ ਸੁਪਨੇ ਦਾ ਚਿੰਤਨ ਕਰਦੇ ਹੋ, ਰਾਤ ਦੇ ਦਾ ਭੁੱਲ ਭੱਲ ਜਾਂਦੇ ਹੋ, ਕੋਈ ਝੂਠਾ ਸੀ, ਪਰ ਸੰਸਾਰ ਦਾ ਕਰੀ ਜਾਂਦੇ ਹੋ। ਹੁਣ ਸੰਸਾਰ ਸੱਚ ਪ੍ਰਤੀਤ ਹੋ ਹੀ ਰਿਹਾ ਨਾ ਤੁਹਾਨੂੰ, ਤਾਂ ਹੀ ਕਰ ਰਹੇ ਹੋ ਨਾ। ਅਤੇ ਤੁਸੀਂ ਸੰਸਾਰ ਦੇ ਵਿੱਚ ਡਰੇ ਹੋਏ ਹੋ। ਇਸ ਕਾਰਨ ਸੰਸਾਰ ਦੇ ਵਿੱਚ ਤੁਸੀਂ ਜੀ ਰਹੇ ਹੋ ਆਪਣੀ ਸੇਫਟੀ ਦੇ ਕਾਰਨ, ਵੀ ਸੇਵ ਰਹੀਏ।
ਸੁਰੱਖਿਆ ਵਾਸਤੇ ਹੀ ਆਦਮੀ ਸੋਚ ਰਿਹਾ ਹੈ। ਕਿਉਂ ਸੋਚਦਾ ਹੈ ਆਦਮੀ? ਜੀਣ ਵਾਸਤੇ ਹੀ ਸੋਚਦਾ ਹੈ ਨਾ, ਜੀਵਨ ਵਾਸਤੇ ਹੀ ਸੋਚਦਾ ਹੈ, ਦਿਨ ਰਾਤ ਮਿਹਨਤ ਕਰਦਾ ਹੈ, ਪਰਿਵਾਰ ਵੀ ਬਣਾਉਂਦਾ ਹੈ ਅਤੇ ਇੱਥੇ ਸੋਚ ਕਾਰਨ ਹੀ ਬਣਾਉਂਦਾ ਹੈ ਵੀ ਬੁੱਢੇ ਬਾਰੇ ਮੇਰਾ ਸਹਿਯੋਗ ਕਰਨਗੇ, ਸੇਫਟੀ ਵਾਸਤੇ ਹੀ ਹੈ। ਸਮਾਜ ਸਾਰਾ ਕੁਛ ਆ, ਲੋਕਤੰਤਰ ਵੀ ਸੇਫਟੀ ਵਾਸਤੇ ਬਣਾਇਆ ਅਤੇ ਆਦਮੀ ਸੇਫਟੀ ਵਾਸਤੇ ਸੋਚ ਰਿਹਾ ਹੈ, ਡਰਿਆ ਹੋਇਆ ਹੈ ਨਾ, ਭੈ ਭੀਤ ਹੈ। ਅਤੇ ਜਿਹੜਾ ਭੈ ਭੀਤ ਹੈ, ਡਰਿਆ ਹੋਇਆ ਹੈ ਨਾ, ਉਹ ਵੈਸੇ ਹੀ ਹੈ ਜੈਸਾ ਇੱਕ ਉਪਦੇਸ਼ ਦੇ ਵਿੱਚ ਕਿਹਾ ਹੈ ਵੀ ਸ਼ੇਰ ਦੇ ਕੋਲ ਅਗਰ ਬੱਕਰੀ ਨੂੰ ਬੱਧਾ ਹੋਵੇ ਤੇ ਬੱਕਰੀ ਪੁਸ਼ਟ ਨਹੀਂ ਹੁੰਦੀ ਹੈ, ਜਿੰਨਾ ਮਰਜ਼ੀ ਉਹਨੂੰ ਆਹਾਰ ਦਿਓ, ਖਾਣਾ ਦਿਓ, ਘਾਹ ਦਿਓ, ਕਿਉਂਕਿ ਡਰਦੀ ਰਹਿੰਦੀ। ਐਸਾ ਹੀ ਕਹਿੰਦੇ ਹਨ ਪਰਮ ਪੁਰਖ, ਜਾਗਰਤ ਪੁਰਖ ਮਨੁੱਖ ਦਾ ਹਾਲ ਹੈ, ਡਰਿਆ ਹੋਇਆ ਹੈ। ਡਰ ਕਾਰਨ ਹੀ ਸੰਸਾਰ ਨਾਲ ਚਿਪਕਿਆ ਹੋਇਆ ਹੈ, ਜੁੜਿਆ ਹੋਇਆ ਹੈ, ਛੱਡਦਾ ਨਹੀਂ। ਛੱਡ ਦਿੱਤਾ ਤੇ ਕੀ ਹੋ, ਕੀ ਬਣੂ? ਡਰਦਾ ਹੈ। ਤੁਸੀਂ ਡਰਦੇ ਹੋ, ਤੁਸੀਂ ਡਰਦੇ ਹੋ, ਤੁਸੀਂ ਡਰਦੇ ਹੋ।